ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬੱਚਿਓ, ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਆਪਣੇ ਘਰਾਂ ਦੇ ਵਿੱਚ ਰਹਿ ਕੇ ਨਿਯਮਾਂ ਦੀ ਪਾਲਣਾ ਕਰਕੇ ਮਾਸਕ ਦੀ ਵਰਤੋਂ ਕਰ ਰਹੇ ਹੋਵੋਗੇ, ਟਾਈਮ ਨਾਲ ਖਾਣਾ ਖਾ ਰਹੇ ਹੋਵੋਗੇ, ਟਾਈਮ ਨਾਲ ਸਕੂਲ ਦਾ ਕੰਮ ਕਰ ਰਹੇ ਹੋਵੋਗੇ, ਵੱਡਿਆਂ ਦਾ ਸਤਿਕਾਰ ਕਰ ਰਹੇ ਹੋਵੋਗੇ। ਪਿਆਰੇ ਬੱਚਿਓ, ਅੱਜ ਆਪਾਂ ਟੌਪਿਕ ਜਿਹੜਾ ਕਰਨ ਜਾ ਰਹੇ ਹਾਂ ਉਹ ਵਾਤਾਵਰਨ ਸਿੱਖਿਆ ਦਾ ਹੈ। ਬੱਚਿਓ, ਆਪ ਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੀ ਸਾਡੀ ਵਾਤਾਵਰਨ ਦੀ ਪੁਸਤਕ ਹੈ, ਪਾਠ ਪੁਸਤਕ ਹੈ, ਉਸ ਦਾ ਨਾਮ ਹੈ ਮੇਰੀ ਦੁਨੀਆ। ਕਿਤਾਬਾਂ ਤੁਹਾਨੂੰ ਸਾਰਿਆਂ ਨੂੰ ਮਿਲ ਚੁੱਕੀਆਂ ਸਨ। ਤੁਸੀਂ ਇਹ ਲੈਸਨ ਪੜ੍ਹਿਆ ਵੀ ਸੀ। ਅੱਜ ਅਸੀਂ ਦੁਹਰਾਈ ਕਰਾਂਗੇ, ਇਸ ਦੀ ਦੁਬਾਰਾ ਪੜ੍ਹਾਂਗੇ। ਸਾਰਾ ਥੋੜ੍ਹਾ ਟਾਈਮ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਪਾਠ ਨੂੰ ਦੁਬਾਰਾ ਅਸੀਂ ਪੜ੍ਹ ਸਕੀਏ, ਸਮਝ ਸਕੀਏ, ਉਹਦੇ ਪ੍ਰਸ਼ਨ ਉੱਤਰ ਚੰਗੀ ਤਰ੍ਹਾਂ ਕਰ ਸਕੀਏ। ਜੋ ਵੀ ਅਭਿਆਸ ਇਹਦੇ ਵਿੱਚ ਆਏ ਚੰਗੀ ਤਰ੍ਹਾਂ ਅਸੀਂ ਉਸ ਨੂੰ ਸਮਝ ਸਕੀਏ। ਇਹ ਪਾਠ ਕਿਸ ਬਾਰੇ ਹੈ ਚੰਗੀ ਤਰ੍ਹਾਂ ਸਮਝ ਸਕੀਏ। ਸੋ ਪੇਜ ਨੰਬਰ 6 ਜਿਹੜਾ ਹੈ ਪੁਸਤਕ ਦਾ ਤੁਸੀਂ ਕੱਢ ਲੈਣਾ ਹੈ ਬੱਚੇ। और पाठ का नाम है बेटी आई खुशी ले आई। ठीक है, तो जल्दी नाल शुरू करते हैं। सारे अपनी बुक्स कढ़ लो, वीडियो नू पॉज कर लो, बुक्स कढ़ लो। बुक्स कढ़न तो बाद उपर उंगलां रखनियां और मैं शुरू करन जा रहा हूँ। दीपू दे घर कुछ दिन पहला उसकी भैन ने जन्म लिया। अज उसका नामकरण है, जिस करके उसकी भूआ ਅਤੇ ਹੋਰ ਰਿਸ਼ਤੇਦਾਰ ਆਏ ਹੋਏ ਹਨ। ਨਵ ਜਨਮੀ ਬੱਚੀ ਦਾ ਨਾਮ ਅਨੂ ਰੱਖਿਆ ਗਿਆ। ਦੀਪੂ ਨੇ ਜਦੋਂ ਘਰ ਵਿੱਚ ਭੂਆ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੋਇਆ। ਬੱਚੋ, ਜਦੋਂ ਘਰ ਦੇ ਵਿੱਚ ਤੁਹਾਡੇ ਵੀ ਮਾਮਾ ਮਾਮੀ ਭੂਆ ਫੁੱਫੜ ਆਉਣ, ਤੁਸੀਂ ਬੜੇ ਖੁਸ਼ ਹੁੰਦੇ ਹੋ ਨਾ। ਇਸ ਤਰ੍ਹਾਂ ਹੀ ਦੀਪੂ ਨੂੰ ਵੀ ਚਾਅ ਚੜ੍ਹ ਗਿਆ। ਠੀਕ ਹੈ, ਅੱਗੇ ਕਰਦੇ ਹਾਂ। ਆਪਣੇ ਵਿਆਹ ਤੋਂ ਪਹਿਲਾਂ ਜਦੋਂ ਭੂਆ ਦੀਪੂ ਹੋਰਾਂ ਦੇ ਪਰਿਵਾਰ ਵਿੱਚ ਸੀ ਤਾਂ ਉਹ ਦੀਪੂ ਦੀ ਬਹੁਤ ਸੰਭਾਲ ਕਰਦੀ ਸੀ। ਇਸ ਲਈ ਦੀਪੂ ਦਾ ਆਪਣੀ ਭੂਆ ਨਾਲ ਬਹੁਤ ਪਿਆਰ ਸੀ। ਦੀਪੂ ਦੀ ਮੰਮੀ ਉਸ ਦੀ ਭੂਆ ਨੂੰ ਕਹਿਣ ਲੱਗੀ, ਭੈਣ ਜੀ, ਤੁਹਾਡੇ ਆਉਣ ਨਾਲ ਦੀਪੂ ਬਹੁਤ ਖੁਸ਼ ਹੋ ਗਿਆ ਹੈ। ਉਹ ਤੁਹਾਨੂੰ ਬਹੁਤ ਯਾਦ ਕਰਦਾ ਸੀ। ਹੁਣ ਭੂਆ ਜੀ ਕੀ ਕਹਿ ਰਹੇ ਨੇ ਥੱਲੇ? ਭੂਆ ਕੀ ਕਹਿੰਦੀ ਹੈ? ਮੈਨੂੰ ਵੀ ਇੱਥੋਂ ਦੀ ਬਹੁਤ ਯਾਦ ਆਉਂਦੀ ਹੈ। ਇੱਥੇ ਆਪਣਾ ਬਹੁਤ ਵੱਡਾ ਪਰਿਵਾਰ ਹੈ। ਤੁਸੀਂ ਹੋ ਵੱਡੇ ਵੀਰ ਜੀ ਦਾ ਪਰਿਵਾਰ ਹੈ, ਮਾਤਾ ਜੀ ਹਨ, ਬੱਚੇ ਹਨ। ਉੱਥੇ ਸ਼ਹਿਰ ਵਿੱਚ ਤਾਂ ਪਹਿਲਾਂ ਮੈਂ ਅਤੇ ਦੀਪੂ ਦੇ ਫੁੱਫੜ ਜੀ ਦੋਨੋਂ ਹੀ ਸਾਂ। ਇਹਨਾਂ ਦੀ ਨੌਕਰੀ ਕਾਰਨ ਅਸੀਂ ਸਾਂਝੇ ਪਰਿਵਾਰ ਨਾਲ ਪਿੰਡ ਵਿੱਚ ਨਹੀਂ ਰਹਿ ਸਕਦੇ ਸੀ। ਫਿਰ ਤੁਹਾਨੂੰ ਪਤਾ ਹੀ ਹੈ, ਸਾਡੇ ਬੱਚਾ ਨਹੀਂ ਹੋਇਆ। ਹੁਣ ਜਦੋਂ ਦਾ ਅਸੀਂ ਸੋਨੂ ਨੂੰ ਗੋਦ ਲਿਆ ਹੈ, ਸਾਡੇ ਦਿਨ ਬੜੇ ਚੰਗੇ ਲੰਘ ਰਹੇ ਹਨ। ਠੀਕ ਹੈ, ਅੱਗੇ ਚੱਲਦੇ ਹਾਂ। ਹੁਣ ਮੰਮੀ ਕੀ ਕਹਿੰਦੀ ਹੈ? ਪਹਿਲਾਂ ਤਾਂ ਸਾਰੇ ਸਾਂਝੇ ਪਰਿਵਾਰ ਹੀ ਹੁੰਦੇ ਸਨ। ਸਾਂਝੇ ਪਰਿਵਾਰਾਂ ਦੇ ਬਹੁਤ ਲਾਭ ਸਨ। ਇਹਨਾਂ ਵਿੱਚ ਬੱਚੇ ਪਾਲਣੇ ਸੌਖੇ ਸਨ। ਸਿਆਣੇ ਬਜ਼ੁਰਗਾਂ ਦੀ ਨਿਗਰਾਨੀ ਵਿੱਚ ਬੱਚੇ ਸੁਰੱਖਿਅਤ ਰਹਿੰਦੇ ਸਨ ਅਤੇ ਸਿਆਣਿਆਂ ਦਾ ਰੋਬ ਵੀ ਹੁੰਦਾ ਸੀ, ਜਿਸ ਕਾਰਨ ਬੱਚੇ ਵਿਗੜਦੇ ਨਹੀਂ ਸਨ। ਉਹਨਾਂ ਨੂੰ ਸਮਾਜ ਵਿੱਚ ਵਿਚਰਨ ਦੀ ਜਾਚ ਆਉਂਦੀ ਸੀ, ਨਾਲੇ ਸਭ ਦਾ ਦਿਲ ਵੀ ਲੱਗਾ ਰਹਿੰਦਾ ਸੀ। ਹੁਣ ਬੱਚੋ, ਥੱਲੇ ਖਾਲੀ ਥਾਵਾਂ ਨੇ ਦੋ, ਜੋ ਅਸੀਂ ਪਹਿਲਾਂ ਪਿੱਛੇ ਪੜ੍ਹਿਆ ਨਾ ਉਹਦੇ ਨਾਲ ਸੰਬੰਧਿਤ ਹੀ ਨੇ। ਜਿਸ ਤਰ੍ਹਾਂ ਪਹਿਲੇ ਦੇ ਵਿੱਚ ਬ੍ਰੈਕਟ ਦੇ ਵਿੱਚ ਦੇਖੋ, ਖਾਲੀ ਥਾਵਾਂ ਭਰੋ ਲਿਖਿਆ ਹੈ ਅਤੇ ਨਾਲ ਲਿਖਿਆ ਹੈ ਦੇਖਭਾਲ, ਪਰਿਵਾਰ ਅਤੇ ਪਿਆਰ। ਹੁਣ ਊੜਾ ਜਿਹੜੀ ਖਾਲੀ ਥਾਂ ਆ, ਇੱਥੇ ਆਪਣਾ ਬਹੁਤ ਵੱਡਾ ਡੈਸ਼ ਹੈ। ਖਾਲੀ ਥਾਂ ਭਰਨੀ ਹੈ। ਇੱਥੇ ਆਪਣਾ ਬਹੁਤ ਵੱਡਾ ਕੀ ਹੈ? ਪਰਿਵਾਰ। ਠੀਕ ਹੈ, ਇੱਥੇ ਆਪਣਾ ਬਹੁਤ ਵੱਡਾ ਪਰਿਵਾਰ ਹੈ। ਐੜਾ ਖਾਲੀ ਥਾਂ ਭਰਨੀ ਹੈ। ਬਜ਼ੁਰਗਾਂ ਦੀ ਡੈਸ਼ ਵਿੱਚ ਬੱਚੇ ਵਿਗੜਦੇ ਨਹੀਂ ਹਨ। ਬਜ਼ੁਰਗਾਂ ਦੀ ਕਿਹਦੇ ਵਿੱਚ ਬੱਚੇ ਨਹੀਂ ਵਿਗੜਦੇ? ਦੇਖਭਾਲ ਵਿੱਚ। ਠੀਕ ਹੈ, ਹੁਣ ਅੱਗੇ ਭੂਆ ਜੀ ਕੀ ਕਹਿ ਰਹੇ ਆ? ਮੈਂ ਤਾਂ ਸਾਂਝੇ ਪਰਿਵਾਰ ਵਿੱਚ ਹੀ ਰਹਿਣਾ ਚਾਹੁੰਦੀ ਸੀ, ਪਰ ਇਹਨਾਂ ਦੀ ਨੌਕਰੀ ਦੀ ਮਜਬੂਰੀ ਸੀ। ਕਿੱਥੇ ਆਪਣਾ ਇੰਨਾ ਵੱਡਾ ਪਰਿਵਾਰ ਅਤੇ ਕਿੱਥੇ ਸਿਰਫ 3 ਜੀਆਂ ਨੇ ਹੀ ਰਹਿਣਾ। ਹੁਣ ਮੰਮੀ ਕੀ ਕਹਿ ਰਹੇ ਆ? ਖੈਰ, ਤੁਸੀਂ ਸੋਨੂ ਨੂੰ ਗੋਦ ਲੈ ਕੇ ਬਹੁਤ ਚੰਗਾ ਕੰਮ ਕੀਤਾ। ਕਿੰਨਾ ਸੋਹਣਾ ਬੱਚਾ ਹੈ। ਜੀ ਕੀ ਕਹਿ ਰਹੇ ਆ? ਹਾਂ, ਅਸੀਂ ਹੁਣ ਬਹੁਤ ਖੁਸ਼ ਰਹਿੰਦੇ ਹਾਂ। ਇਹ ਸਾਨੂੰ ਤੰਗ ਨਹੀਂ ਕਰਦਾ। ਸਾਨੂੰ ਤਾਂ ਇਸ ਦਾ ਬਹੁਤ ਹੀ ਮੋਹ ਆਉਂਦਾ ਹੈ। ਮੋਹ ਕੀ ਹੁੰਦਾ ਬੱਚਿਓ?
ਪਿਆਰ, ਮੁਹੱਬਤ, स्नेह। ठीक है। ਅੱਗੇ, ਕਦੇ ਇਹ ਖਿਆਲ ਹੀ ਨਹੀਂ ਆਇਆ ਕਿ ਮੈਂ ਇਸ ਨੂੰ ਜਨਮ ਨਹੀਂ ਦਿੱਤਾ, ਕਿਉਂਕਿ ਉਹਨੇ ਬੱਚਾ ਗੋਦ ਲਿਆ ਸੀ ਨਾ ਸੋਨੂੰ, ਇਸ ਕਰਕੇ। ਅੱਗੇ, ਇੰਨੇ ਨੂੰ ਦੀਪੂ ਦੀ ਤਾਈ ਅਤੇ ਉਸਦੀ ਲੜਕੀ ਸੁਮਨ ਵੀ ਆ ਗਈਆਂ। ਸੁਮਨ ਆ ਕੇ ਅਨੂ ਨੂੰ ਛੇੜਨ ਲੱਗੀ, ਜਿਸ ਨਾਲ ਅਨੂ ਰੋਣ ਲੱਗ ਪਈ। ਦੀਪੂ ਦੀ ਮੰਮੀ ਨੇ ਉਸ ਨੂੰ ਚੁੱਕ ਲਿਆ। ਠੀਕ ਹੈ। ਹੁਣ ਅੱਗੇ ਪ੍ਰਸ਼ਨ ਨੰਬਰ 2 ਆ ਗਿਆ, ਸਾਂਝੇ ਪਰਿਵਾਰ ਦੇ ਕੋਈ 2 ਲਾਭ ਲਿਖੋ। ਉੱਪਰ ਆਪਾਂ ਪੜ੍ਹਿਆ ਨਾ ਕਿ ਬੱਚੇ ਜਿਹੜੇ ਆ ਵੱਡਿਆਂ ਦੀ ਦੇਖਭਾਲ 'ਚ ਵਿਗੜਦੇ ਨਹੀਂ ਆ। ਠੀਕ ਹੈ। ਅਤੇ ਦੂਸਰਾ ਕੀ ਸੀ ਕਿ ਜਦੋਂ ਸਾਂਝੇ ਪਰਿਵਾਰ 'ਚ ਅਸੀਂ ਰਹਿੰਦੇ ਹਾਂ, ਵੱਡੇ ਪਰਿਵਾਰ 'ਚ ਅਸੀਂ ਰਹਿੰਦੇ ਹਾਂ, ਅਤੇ ਅਸੀਂ ਇੱਕ ਦੂਜੇ ਦੀ ਦੇਖਭਾਲ ਬਹੁਤ ਚੰਗੇ ਤਰੀਕੇ ਨਾਲ ਕਰਦੇ ਹਾਂ। ਠੀਕ ਹੈ। ਇਹ ਆਪਾਂ ਇੱਥੇ ਉੱਤਰ ਲਿਖਾਂਗੇ। ਕਿਸ ਤਰ੍ਹਾਂ ਲਿਖਾਂਗੇ, ਸਾਰੇ ਨੋਟ ਕਰ ਲਓ। ਸਾਂਝੇ ਪਰਿਵਾਰ ਦੇ ਬਹੁਤ ਸਾਰੇ ਲਾਭ ਹਨ। ਨੰਬਰ 1, ਸਾਂਝੇ ਪਰਿਵਾਰ ਵਿੱਚ ਸਾਰੇ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਹਨ। ਸਾਂਝੇ ਪਰਿਵਾਰ ਵਿੱਚ ਸਾਰੇ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਹਨ। ਨੰਬਰ 2, ਸਾਂਝੇ ਪਰਿਵਾਰ ਵਿੱਚ ਬੱਚੇ ਕਦੀ ਵੀ ਨਹੀਂ ਵਿਗੜਦੇ। ਠੀਕ ਹੈ। ਅੱਗੇ ਚੱਲਦੇ ਹਾਂ। ਅੱਗੇ ਕਿਰਿਆ ਨੰਬਰ 1 ਹੈ, ਤੁਸੀਂ ਆਪਣੇ ਪਰਿਵਾਰ ਦੇ ਮੌਜੂਦਾ ਮੈਂਬਰਾਂ ਦਾ ਪਰਿਵਾਰਿਕ ਖਾਕਾ ਬਣਾਓ। ਇਹ ਖਾਕਾ ਕਿਸ ਤਰ੍ਹਾਂ ਬਣਾਉਣਾ ਹੈ, ਤੁਹਾਨੂੰ ਪਤਾ ਨਾ, ਦੱਸਿਆ ਸੀ ਮੈਂ ਕਿ ਸਭ ਤੋਂ ਪਹਿਲਾਂ ਜਿਹੜਾ ਹੈ, ਉੱਪਰ ਜਿਹੜੇ ਘਰ ਦੇ ਵਿੱਚ ਸਭ ਤੋਂ ਵੱਡੇ ਬਜ਼ੁਰਗ ਨੇ, ਅਸੀਂ ਉਹਨਾਂ ਦਾ ਨਾਮ ਲਿਖਦੇ ਹਾਂ। ਠੀਕ ਹੈ। ਉਸ ਤੋਂ ਥੱਲੇ ਫਿਰ ਲੀਕਾਂ ਲਗਾ ਕੇ ਉਹਨਾਂ ਦੀ ਪਤਨੀ। ਠੀਕ ਹੈ। ਇੱਕ ਲੀਕ ਲਾ ਕੇ ਉਹਨਾਂ ਦੀ ਪਤਨੀ ਸਿੱਧੀ। ਉਸ ਤੋਂ ਬਾਅਦ ਫਿਰ ਥੱਲੇ ਆਪਾਂ ਉਹਨਾਂ ਦਾ ਜਿੰਨਾ ਵੀ ਪਰਿਵਾਰ ਹੈ, ਜਿੰਨੇ ਵੀ ਉਹਨਾਂ ਦੇ ਬੇਟੇ ਅਤੇ ਬੇਟੀਆਂ ਨੇ, ਉਹ ਹਰ ਅਲੱਗ-ਅਲੱਗ ਲੀਕ ਦੇ ਥੱਲੇ ਆ ਜਾਣਗੇ। ਠੀਕ ਹੈ ਨਾ। ਉਸ ਤੋਂ ਥੱਲੇ ਫਿਰ ਉਹਨਾਂ ਦੇ ਬੱਚੇ ਜਿਹੜੇ ਆ ਅਗਲੀਆਂ ਲੀਕਾਂ ਦੇ ਵਿੱਚ ਆ ਜਾਣਗੇ। ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਿਆ ਸੀ। ਫਿਰ ਵੀ ਮੈਂ ਇੱਕ ਵੀਡੀਓ ਬਣਾਵਾਂਗਾ ਜਿਹਦੇ ਵਿੱਚ ਮੈਂ ਇਹਦੇ ਬਾਰੇ ਫਿਰ ਦੁਬਾਰਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਪਰਿਵਾਰ ਦਾ ਖਾਕਾ ਕਿਸ ਤਰ੍ਹਾਂ ਬਣਦਾ ਹੈ। ਠੀਕ ਹੈ। ਇਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ, ਪਰ ਫਿਰ ਵੀ ਮੈਂ ਦੁਬਾਰਾ ਕੋਸ਼ਿਸ਼ ਕਰੂੰਗਾ ਕਿ ਵੀਡੀਓ ਨਾਲ ਤੁਹਾਨੂੰ ਦੱਸ ਸਕਾਂ। ਠੀਕ ਹੈ। ਅੱਗੇ ਚੱਲਦੇ ਹਾਂ। ਅਨੂ ਚੁੱਪ ਹੋ ਗਈ ਅਤੇ ਦੀਪੂ ਦੀ ਮੰਮੀ ਉਸਦੀ ਭੂਆ ਅਤੇ ਤਾਈ ਜੀ ਨਾਲ ਗੱਲਾਂ ਕਰਨ ਲੱਗੀ। ਦੀਪੂ ਦੀ ਭੂਆ ਨੇ ਉਸਦੀ ਮੰਮੀ ਨੂੰ ਦੱਸਿਆ ਕਿ ਉਸਦੇ ਸਹੁਰੇ ਘਰ ਰਸੋਈ ਬਹੁਤ ਵਧੀਆ ਬਣੀ ਹੋਈ ਹੈ, ਪਰ ਇੱਥੇ ਤਾਂ ਅਜੇ ਧੂੰਆਂ ਬਾਹਰ ਕੱਢਣ ਵਾਲਾ ਪੱਖਾ ਵੀ ਨਹੀਂ ਲਗਾਇਆ। ਬੱਚਾ, ਸਾਨੂੰ ਸਾਰਿਆਂ ਨੂੰ ਪਤਾ ਨਾ ਸਾਡੇ ਘਰਾਂ 'ਚ ਰਸੋਈਆਂ ਨੇ, ਅਤੇ ਰਸੋਈਆਂ ਦੇ ਵਿੱਚ ਜਿਹੜਾ ਵਾ ਉਹ ਧੂੰਆਂ ਕੱਢਣ ਲਈ ਜ਼ਰੂਰ ਜਗ੍ਹਾ ਹੋਣੀ ਚਾਹੀਦੀ ਹੈ, ਨਹੀਂ ਤਾਂ ਧੂੰਆਂ ਸਾਰਾ ਅੰਦਰਾਂ 'ਚ ਚਲਾ ਜਾਂਦਾ, ਸਾਡੇ ਸਰੀਰ ਦੇ ਵਿੱਚ ਦਾਖਲ ਹੋ ਕੇ ਸਾਨੂੰ ਨੁਕਸਾਨ ਪਹੁੰਚਾਉਂਦਾ, ਸਾਡੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ, ਸਾਡੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ। ਠੀਕ ਹੈ ਨਾ। ਇਸ ਕਰਕੇ ਬਿਲਕੁਲ ਆਪਣੀ ਰਸੋਈ ਚੈੱਕ ਕਰੋ, ਉਹਦੇ ਵਿੱਚ ਦੇਖਣਾ ਕਿ ਅਗਰ ਪੱਖਾ ਨਹੀਂ ਲੱਗਾ ਹੋਇਆ, ਜਿਹਨੂੰ ਐਗਜ਼ੌਸਟ ਫੈਨ ਆਪਾਂ ਕਹਿੰਦੇ ਹਾਂ, ਬਾਹਰ ਧੂੰਆਂ ਕੱਢਣ ਵਾਲਾ, ਅਤੇ ਉਹ ਜ਼ਰੂਰ ਲਗਵਾਓ। ਠੀਕ ਹੈ। ਆਪਣੇ ਮੰਮੀ ਡੈਡੀ ਨੂੰ ਜ਼ਰੂਰ ਕਹੋ ਕਿ ਧੂੰਆਂ ਸਿਹਤ ਲਈ ਹਾਨੀਕਾਰਕ ਹੈ, ਧੂੰਏ ਵਾਸਤੇ ਪੱਖਾ ਬਾਹਰ ਜ਼ਰੂਰ ਲੱਗਾ ਹੋਣਾ ਚਾਹੀਦਾ ਉੱਪਰ। ਅੱਗੇ ਚੱਲਦੇ ਹਾਂ। ਅਗਲਾ ਪੈਰਾ। ਦੀਪੂ ਦੀ ਮੰਮੀ ਨੇ ਦੱਸਿਆ ਕਿ ਉਸਨੇ ਤਾਂ ਬਹੁਤ ਵਾਰ ਕਿਹਾ ਹੈ, ਪਰ ਦੀਪੂ ਦੇ ਪਾਪਾ ਮੰਨਦੇ ਨਹੀਂ, ਉਹ ਸਾਰਾ ਖਰਚ ਆਪਣੀ ਮਰਜ਼ੀ ਨਾਲ ਹੀ ਕਰਦੇ ਹਨ। ਭੂਆ ਕਹਿਣ ਲੱਗੀ, ਵੀਰ ਜੀ ਦੀ ਗੱਲ ਇਹ ਠੀਕ ਨਹੀਂ, ਸਭ ਦੀ ਸਲਾਹ ਨਾਲ ਹੀ ਘਰ ਚਲਾਉਣਾ ਚਾਹੀਦਾ ਹੈ। ਜੇ ਉਹ ਦਫ਼ਤਰ ਜਾਂਦੇ ਹਨ ਤਾਂ ਤੁਸੀਂ ਕਿਹੜਾ ਵਿਹਲੇ ਬੈਠੇ ਰਹਿੰਦੇ ਹੋ, ਤੁਸੀਂ ਸਾਰਾ ਦਿਨ ਘਰ ਦੇ ਕੰਮ ਕਰਦੇ ਹੋ। ਮੈਂ ਤਾਂ ਕਹਿੰਦੀ ਹਾਂ ਕਿ ਤੁਸੀਂ ਸਿਲਾਈ ਮਸ਼ੀਨ ਲੈ ਕੇ ਆਓ, ਕੱਪੜੇ ਸਿਉਣਾ ਤਾਂ ਤੁਸੀਂ ਜਾਣਦੇ ਹੀ ਹੋ, ਤੁਹਾਡੇ ਕੋਲ ਕੁਝ ਪੈਸੇ ਆਉਣਗੇ ਤਾਂ ਤੁਸੀਂ ਆਪਣੀ ਲੋੜ ਦੀ ਚੀਜ਼ ਲੈ ਸਕੋਗੇ। ਦੀਪੂ ਦੀ ਮੰਮੀ ਨੇ ਕਿਹਾ, ਭੈਣ ਜੀ ਗੱਲ ਤਾਂ ਤੁਹਾਡੀ ਠੀਕ ਹੈ, ਮੈਂ ਵੀ ਇਹ ਸੋਚਦੀ ਹਾਂ, ਪਰ ਅਜੇ ਅਨੂ ਨਿੱਕੀ ਹੈ, ਇਸ ਲਈ ਹੋਰ ਕੰਮਾਂ ਵਾਸਤੇ ਸਮਾਂ ਨਹੀਂ ਬਚਦਾ। ਥੋੜ੍ਹੀ ਵੱਡੀ ਹੋ ਜਾਵੇ ਤਾਂ ਇਸ ਤਰ੍ਹਾਂ ਕਰਾਂਗੇ। ਕੁਝ ਦੇਰ ਬਾਅਦ ਦੀਪੂ ਦੇ ਘਰ ਉਸਦਾ ਦੋਸਤ ਹੈਪੀ ਆ ਗਿਆ। ਦੀਪੂ ਤੇ ਹੈਪੀ ਇਕੱਠਿਆਂ ਰੋਟੀ ਖਾਣ ਲੱਗੇ। ਦੀਪੂ ਦੀ ਦਾਦੀ ਇਹ ਦੇਖ ਕੇ ਨਾਰਾਜ਼ ਹੋ ਰਹੀ ਸੀ। ਦੀਪੂ ਦੀ ਮੰਮੀ ਕਹਿਣ ਲੱਗੀ, ਮਾਂ ਜੀ ਤੁਸੀਂ ਕਿਉਂ ਦੁਖੀ ਹੋ ਰਹੇ ਹੋ? ਦੀਪੂ ਦਾ ਤਾਂ
ਦੀਪੂ ਦਾ ਇਹ ਦੋਸਤ ਬਹੁਤ ਚੰਗਾ ਲੜਕਾ ਹੈ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਮੈਂ ਤਾਂ ਸਗੋਂ ਕਹਿੰਦੀ ਹਾਂ ਕਿ ਦੀਪੂ ਇਸੇ ਲੜਕੇ ਨਾਲ ਰਹੇ ਤਾਂ ਇਹ ਵੀ ਸਿਆਣਾ ਬੱਚਾ ਬਣਿਆ ਰਹੇਗਾ। ਹੁਣ ਦਾਦੀ ਜੀ ਕੀ ਕਹਿ ਰਹੇ ਨੇ? ਪਰ ਮੈਨੂੰ ਪਤਾ ਲੱਗਾ ਹੈ ਕਿ ਇਹ ਹੋਰ ਜਾਤ ਦਾ ਲੜਕਾ ਹੈ ਜਿਸ ਨਾਲ ਇਕੱਠੇ ਖਾਣਾ ਤਾਂ ਮੈਨੂੰ ਬਹੁਤ ਹੀ ਬੁਰਾ ਲੱਗਦਾ ਹੈ। ਸਾਡੇ ਵੇਲੇ ਤਾਂ ਇਉਂ ਖਾਣ ਪੀਣ ਨਹੀਂ ਸੀ ਹੁੰਦਾ। ਹੁਣ ਮੰਮੀ ਕੀ ਕਹਿ ਰਿਹਾ? ਮਾਤਾ ਜੀ, ਹੁਣ ਜ਼ਮਾਨਾ ਬਦਲ ਗਿਆ ਹੈ। ਇਸ ਦੇ ਦੋਸਤ ਚੰਗੇ ਆਚਰਣ ਵਾਲੇ ਹੋਣੇ ਚਾਹੀਦੇ ਹਨ, ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕਿਸ ਧਰਮ ਜਾਂ ਜਾਤ ਵਿੱਚ ਜਨਮਿਆ ਹੈ। ਅੱਗੇ ਕੁਝ ਯਾਦ ਰੱਖਣ ਜੋ ਗੱਲਾਂ ਇਸ ਪਾਠ ਤੋਂ ਬਾਅਦ ਜਿਹੜੀਆਂ ਦਿੱਤੀਆਂ ਹੋਈਆਂ ਨੇ ਬੱਚਿਓ, ਆਪਾਂ ਇਸ ਨੂੰ ਇੱਕ ਵਾਰੀ ਪੜ੍ਹੀਏ। ਬੱਚੇ ਦੇ ਜਨਮ ਜਾਂ ਗੋਦ ਲੈਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵੱਧਦੀ ਹੈ। ਜਦੋਂ ਅਸੀਂ ਕੋਈ ਬੱਚਾ ਗੋਦ ਲੈਂਦੇ ਹਾਂ ਜਾਂ ਸਾਡੇ ਘਰ ਦੇ ਵਿੱਚ ਕੋਈ ਬੱਚਾ ਜਨਮਦਾ ਹੈ, ਸਾਨੂੰ ਪਤਾ ਹੈ ਕਿ ਸਾਡੇ ਪਰਿਵਾਰ ਦੀ ਗਿਣਤੀ ਵੱਧ ਜਾਂਦੀ ਹੈ। ਜਿਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਤੁਸੀਂ ਇਕੱਲੇ ਹੋ, ਤੁਹਾਡੇ ਮੰਮੀ ਡੈਡੀ ਨੇ, ਤੁਹਾਡੇ ਦਾਦਾ ਦਾਦੀ ਨੇ, ਟੋਟਲ 5 ਜਣੇ ਹੋ ਗਏ ਨਾ। ਦਾਦਾ ਦਾਦੀ, ਤੁਹਾਡੇ ਮੰਮੀ, ਤੁਹਾਡੇ ਪਾਪਾ ਅਤੇ ਤੁਸੀਂ 5 ਜਣੇ ਹੋ। ਅਗਰ ਤੁਹਾਡੀ ਭੈਣ ਜਾਂ ਭਰਾ ਨੇ ਜਨਮ ਲਿਆ ਤਾਂ ਤੁਸੀਂ ਕਿੰਨੇ ਹੋ ਗਏ? 6 ਜਣੇ ਹੋ ਗਏ ਨਾ। ਇਸ ਤਰ੍ਹਾਂ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ, ਚਾਹੇ ਗੋਦ ਲਿਆ ਜਾਵੇ ਜਾਂ ਬੱਚਾ ਜਨਮ ਲਵੇ। ਅੱਗੇ ਜਦੋਂ ਕਿਸੇ ਕੁੜੀ ਦਾ ਵਿਆਹ ਹੋ ਜਾਂਦਾ ਹੈ ਤਾਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਘਟ ਜਾਂਦੀ ਹੈ। ਉਹ ਨੈਚੁਰਲੀ ਗੱਲ ਹੈ ਬੇਟਾ, ਕੁਦਰਤੀ ਗੱਲ ਹੈ। ਜਦੋਂ ਘਰ ਦੇ ਵਿੱਚੋਂ ਭੈਣ ਜਾਂ ਬੇਟੀ ਚਲੀ ਜਾਵੇਗੀ ਤਾਂ ਉੱਥੇ ਗਿਣਤੀ ਘਟੇਗੀ। ਵਿਆਹ ਹੋ ਜਾਏਗਾ ਤਾਂ ਗਿਣਤੀ ਘਟਣੀ ਲਾਜ਼ਮੀ ਹੈ। ਅੱਗੇ ਮੁੰਡੇ ਦੇ ਵਿਆਹ ਮਗਰੋਂ ਨਵੀਂ ਵਹੁਟੀ ਦੇ ਆਉਣ ਨਾਲ ਗਿਣਤੀ ਵੱਧ ਜਾਂਦੀ ਹੈ। ਇਹ ਵੀ ਤੁਹਾਨੂੰ ਪਤਾ ਹੈ ਕਿ ਨਵੀਂ ਵਹੁਟੀ ਆ ਜਾਏ ਘਰ ਦੇ ਵਿੱਚ, ਨਵਾਂ ਜੀ ਆ ਜਾਵੇ ਤਾਂ ਗਿਣਤੀ ਵੱਧ ਜਾਂਦੀ ਹੈ। ਸਾਂਝੇ ਪਰਿਵਾਰਾਂ ਵਿੱਚ ਰਹਿਣਾ ਜ਼ਿਆਦਾ ਫਾਇਦੇਮੰਦ ਅਤੇ ਸੁਰੱਖਿਅਤ ਹੈ। ਆਪਾਂ ਸਾਰਾ ਪਾਠ ਉੱਪਰ ਪੜ੍ਹਿਆ ਹੀ ਹੈ ਨਾ ਸਾਰਾ। ਸਾਨੂੰ ਪਰਿਵਾਰ ਦੀ ਸਲਾਹ ਨਾਲ ਹੀ ਖਰਚ ਕਰਨਾ ਚਾਹੀਦਾ ਹੈ। ਇਹਦੇ ਨਾਲ ਖਰਚ ਵੀ ਘੱਟ ਹੁੰਦਾ ਹੈ ਤਾਂ ਢੁਕਵੇਂ ਸਥਾਨ 'ਤੇ ਹੀ ਖਰਚ ਹੁੰਦਾ ਹੈ। ਨਹੀਂ ਤਾਂ ਆਪਾਂ ਮਨਮਰਜ਼ੀ ਨਾਲ ਖਰਚਾ ਕਰਾਂਗੇ ਤਾਂ ਇੱਧਰ ਉੱਧਰ ਖਰਚੇ ਕਰਦੇ ਰਹਾਂਗੇ ਤੇ ਖਰਚਾ ਵੱਧ ਜਾਏਗਾ। ਇਸਤਰੀਆਂ ਦੀ ਅੱਜ ਕੱਲ੍ਹ ਮਰਦਾਂ ਦੇ ਬਰਾਬਰ ਕੰਮ ਕਰਨ 'ਚ ਹਿੱਸਾ ਲੈ ਰਹੀਆਂ ਹਨ। ਬਿਲਕੁਲ ਲੈ ਰਹੀਆਂ। ਕਲਪਨਾ ਚਾਵਲਾ ਬਾਰੇ ਪਾਠ ਪੜ੍ਹਿਆ ਸੀ 5ਵੀਂ ਦੇ ਵਿੱਚ, ਬੱਚਿਆਂ ਨੇ ਵਿਖਾਇਆ ਸੀ ਨਾ ਸਾਨੂੰ। ਇਹ ਕਲਪਨਾ ਚਾਵਲਾ ਦਾ ਕਿਸ ਤਰ੍ਹਾਂ ਜਿਹੜਾ ਹੈ ਅੱਜ ਕੱਲ੍ਹ ਕਿਸੇ ਵੀ ਖੇਤਰ ਦੇ ਵਿੱਚ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਆ। ਇਸ ਤੋਂ ਇਲਾਵਾ ਬਹੁਤ ਸਾਰੀਆਂ ਉਦਾਹਰਨਾਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਹੈ, ਠੀਕ ਹੈ, ਜਿਹੜੇ ਸਾਡੇ ਰਾਸ਼ਟਰਪਤੀ ਬਣੇ ਸੀ, ਠੀਕ ਹੈ ਨਾ। ਪਾਟਿਲ, ਉਹ ਵੀ ਇੱਕ ਰਾਸ਼ਟਰਪਤੀ ਸੀ ਪਰ ਇਸਤਰੀ ਸਨ, ਠੀਕ ਹੈ ਨਾ, ਠੀਕ ਹੈ ਨਾ। ਸੋ ਇਸ ਤਰ੍ਹਾਂ ਜਿਹੜਾ ਹੈ ਉਹ ਇਸਤਰੀਆਂ ਕਿਸੇ ਤੋਂ ਵੀ ਜਿਹੜਾ ਅੱਜ ਕੱਲ੍ਹ ਜਿਹੜੀਆਂ ਨੇ ਉਹ ਘੱਟ ਨਹੀਂ ਹੈ। ਹਰ ਕੰਮ ਦੇ ਵਿੱਚੋਂ ਬਰਾਬਰ ਦੀਆਂ ਹਿੱਸਾ ਲੈ ਰਹੀਆਂ ਨੇ। ਘਰੇਲੂ ਕੰਮ ਕਰ ਰਹੀਆਂ ਔਰਤਾਂ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹੈ। ਤੁਹਾਨੂੰ ਪਤਾ ਹੀ ਹੈ, ਤੁਹਾਡੇ ਮੰਮੀ ਘਰ 'ਚ ਅਗਰ ਕੰਮ ਕਰਦੇ ਨੇ ਜਾਂ ਤੁਹਾਡੇ ਘਰ ਕੰਮ ਕਰਨ ਵਾਸਤੇ ਕੋਈ ਇਸਤਰੀ ਆਉਂਦੀ ਹੈ, ਤੁਸੀਂ ਦੇਖਦੇ ਹੋ ਕਿੰਨਾ ਕੰਮ ਹੁੰਦਾ ਘਰ ਦੇ ਵਿੱਚ, ਹੈ ਨਾ। ਅੱਗੇ ਹੈ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਊੜੇ ਦੇ ਵਿੱਚ ਭਰਾਂਗੇ ਆਪਾਂ, ਉੱਪਰ ਖਾਲੀ ਥਾਵਾਂ ਦਿੱਤੀਆਂ ਹੋਈਆਂ ਦੇ ਆਨਸਰ ਦਿੱਤੇ ਹੋਏ ਆ। ਖੁਸ਼ੀ, ਚੰਗੇ, ਮਾੜੇ, ਗਮੀ। ਬ੍ਰੈਕਟ 'ਚ ਵੇਖੋ ਧਿਆਨ ਨਾਲ, ਖੁਸ਼ੀ, ਚੰਗੇ, ਮਾੜੇ, ਗਮੀ। ਸਾਡੇ ਦੋਸਤ ਡੈਸ਼ ਹੋਣੇ ਚਾਹੀਦੇ ਹਨ। ਕੀ ਹੋਣੇ ਚਾਹੀਦੇ ਆ? ਚੰਗੇ। ਆਪਾਂ ਕੀ ਭਰਾਂਗੇ ਇੱਥੇ? ਚੰਗੇ, ਠੀਕ ਹੈ। ਅੱਗੇ ਬੇਟੀ ਦੇ ਜਨਮ 'ਤੇ ਵੀ ਬੇਟੇ ਵਾਂਗ ਡੈਸ਼ ਮਨਾਉਣੀ ਚਾਹੀਦੀ ਹੈ। ਕੀ ਮਨਾਉਣੀ ਚਾਹੀਦੀ ਹੈ? ਗਮੀ ਕਿ ਖੁਸ਼ੀ? ਵੈਰੀ ਗੁੱਡ, ਖੁਸ਼ੀ। ਬੇਟੀ ਦੇ ਜਨਮ 'ਤੇ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ। ਅੱਗੇ ਆਗੇ ਪ੍ਰਸ਼ਨ ਬੇਟਾ, ਧਿਆਨ ਨਾਲ ਦੇਖਿਓ, ਨਾਲ ਹੀ ਮੈਂ ਸੋਲਵ ਕਰਵਾ ਦੇਣੇ ਤੁਹਾਨੂੰ। ਤੁਹਾਡੇ ਪਰਿਵਾਰ ਵਿੱਚ ਕਿੰਨੇ ਮੈਂਬਰ ਹਨ? ਬਸ ਤੁਸੀਂ ਗਿਣਤੀ ਕਰਨੀ ਹੈ। ਪਰਿਵਾਰ ਦੇ ਮੈਂਬਰ ਇੱਥੇ ਲਿਖ ਦੇਣੇ ਨੇ। ਲਿਖਣਾ ਕਿਸ ਤਰ੍ਹਾਂ ਹੈ? ਸਾਡੇ ਪਰਿਵਾਰ ਵਿੱਚ ਅਗਰ 6 ਮੈਂਬਰ ਤਾਂ ਲਿਖ ਦੇਣਾ 6 ਮੈਂਬਰ ਹਨ। ਜ਼ਿਆਦਾ ਤੇ ਜ਼ਿਆਦਾ ਲਿਖ ਦੇਣੇ ਆ, ਘੱਟ ਤੇ ਘੱਟ ਲਿਖ ਦੇਣੇ ਆ। 5ਵਾਂ ਪ੍ਰਸ਼ਨ, ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਪੈਸਾ ਕਮਾਉਂਦਾ ਹੈ? ਬੇਟਾ ਘਰ ਦੇ ਵਿੱਚ ਅਗਰ ਤੁਹਾਡੇ ਮੰਮੀ ਸਿਲਾਈ ਮਸ਼ੀਨ ਨਾਲ ਕੰਮ ਕਰ ਰਹੇ ਹੈ ਜਾਂ ਕੋਈ ਹੋਰ ਕੰਮ ਕਰ ਰਹੇ ਹੈ, ਉਹ ਵੀ ਪੈਸੇ ਕਮਾ ਰਹੇ ਹੈ ਤਾਂ ਉਹਨਾਂ ਦਾ ਲਿਖਣਾ ਹੈ। ਡੈਡੀ ਤੇ ਪੈਸੇ ਕਮਾ ਹੀ ਰਹੇ ਹੈ, ਉਹਨਾਂ ਦਾ ਵੀ ਲਿਖਣਾ ਹੈ। ਚਾਚਾ ਜੀ ਕਾ ਪੈਸੇ ਕਮਾ ਰਹੇ, ਉਹਨਾਂ ਬਾਰੇ ਵੀ ਲਿਖਣਾ ਹੈ। ਉੱਤਰ ਕਿਸ ਤਰ੍ਹਾਂ ਲਿਖਾਂਗੇ? ਸਾਡੇ ਪਰਿਵਾਰ ਵਿੱਚ ਜਿਹੜੇ ਪੈਸੇ ਕਮਾ ਰਹੇ ਉਹਨਾਂ ਦਾ ਨਾਂ ਲਿਖ ਕੇ ਸਾਡੇ ਪਰਿਵਾਰ ਦੇ ਵਿੱਚ ਡੈਸ਼ 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 ਜਿਹੜੇ ਵੀ ਪੈਸੇ ਕਮਾ ਰਹੇ ਆ, ਪੈਸੇ ਕਮਾ ਰਹੇ ਹਨ। 6ਵਾਂ ਪ੍ਰਸ਼ਨ, ਤੁਹਾਡਾ ਸਭ ਤੋਂ ਚੰਗਾ ਦੋਸਤ ਕੌਣ ਹੈ? ਚੰਗਾ ਦੋਸਤ ਦੀ ਉੱਪਰ ਉਦਾਹਰਨ ਉਹਨਾਂ ਦਿੱਤੀ ਹੈ। ਚੰਗਾ ਦੋਸਤ ਕੌਣ ਹੁੰਦਾ? ਠੀਕ ਹੈ, ਲੜਾਈ ਝਗੜਾ ਕਰਨ ਵਾਲਾ ਸਾਡਾ ਦੋਸਤ ਚੰਗਾ ਨਹੀਂ ਹੋ ਸਕਦਾ।
ਠੀਕ ਹੈ। ਸਾਨੂੰ ਬੁਰੀ ਸਿੱਖਿਆ ਦੇਣ ਵਾਲਾ ਚੰਗਾ ਦੋਸਤ ਨਹੀਂ ਹੋ ਸਕਦਾ। ਸੋ ਇਹ ਵੇਖ ਲੈਣਾ ਤੁਸੀਂ, ਜਿਹੜਾ ਤੁਹਾਡਾ ਦੋਸਤ ਚੰਗਾ ਹੈ, ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹੈ, ਤੁਹਾਡੀ ਮਦਦ ਕਰਦਾ ਹੈ, ਤੁਹਾਡੇ ਨਾਲ ਪੜ੍ਹਦਾ ਹੈ, ਤੁਹਾਡੇ ਨਾਲ ਖੇਡਦਾ ਹੈ, ਉਹ ਚੰਗਾ ਦੋਸਤ ਹੈ। ਠੀਕ ਹੈ। ਗਲਤ ਸਥਾਨ 'ਤੇ ਲੈ ਕੇ ਜਾਣ ਵਾਲਾ, ਗਲਤ ਸਿੱਖਿਆ ਦੇਣ ਵਾਲਾ ਚੰਗਾ ਦੋਸਤ ਨਹੀਂ ਜੇ ਹੁੰਦਾ। ਓਕੇ, ਸੋ ਇੱਥੇ ਆਪਾਂ ਲਿਖ ਦੇਣਾ ਹੈ ਕਿ ਸਾਡਾ ਸਭ ਤੋਂ ਚੰਗਾ ਦੋਸਤ, ਉਹਦਾ ਨਾਮ ਲਿਖ ਦੇਣਾ, ਅੱਗੇ ਲਿਖ ਦੇਣਾ ਹੈ। 7ਵਾਂ ਪ੍ਰਸ਼ਨ, ਆਪਣੇ ਦੋਸਤ ਦੀ ਕੋਈ ਇੱਕ ਚੰਗੀ ਆਦਤ ਲਿਖੋ। ਬਸ ਇਹ ਤਾਂ ਬਹੁਤ ਸਿੰਪਲ ਹੈ। ਆਪਣੇ ਦੋਸਤ ਦੀਆਂ ਬਹੁਤ ਸਾਰੀਆਂ ਆਦਤਾਂ ਤੁਹਾਨੂੰ ਪਤਾ ਹੁੰਦੀਆਂ, ਇੱਕ ਚੰਗੀ ਆਦਤ ਲਿਖ ਦੇਣੀ ਹੈ ਉਹਦੀ। ਠੀਕ ਹੈ, ਤੁਹਾਡੀ ਮਦਦ ਕਰਦਾ ਤੇ ਇੱਕ ਚੰਗੀ ਆਦਤ ਹੈ। ਠੀਕ ਹੈ, ਹੋਰ ਵੀ ਕਈ ਤਰ੍ਹਾਂ ਦੀਆਂ ਮਦਦ ਜਿਹੜੀ ਤੁਹਾਡੀ ਕਰਦਾ ਹੈ ਤੁਸੀਂ ਲਿਖ ਸਕਦੇ ਹੋ। ਹੋਰ ਕੋਈ ਚੰਗੀ ਆਦਤ ਤੁਹਾਨੂੰ ਨਜ਼ਰ ਆਉਂਦੀ ਤਾਂ ਉਹ ਵੀ ਲਿਖ ਸਕਦੇ ਹੋ। ਇਹਦਾ ਉੱਤਰ ਕਿਸ ਤਰ੍ਹਾਂ ਲਿਖਾਂਗੇ? ਸਾਡੇ ਦੋਸਤ ਦੀ ਜਾਂ ਮੇਰੇ ਦੋਸਤ ਦੀ ਸਭ ਤੋਂ ਚੰਗੀ ਆਦਤ, ਅੱਗੇ ਆਦਤ ਲਿਖ ਕੇ ਕਿਹੜੀ ਚੰਗੀ ਹੈ, ਅੱਗੇ ਲਿਖ ਦੇਣਾ ਹੈ। ਠੀਕ ਹੈ। 8ਵਾਂ ਪ੍ਰਸ਼ਨ, ਭੂਆ ਸਾਂਝੇ ਪਰਿਵਾਰ ਤੋਂ ਅਲੱਗ ਕਿਉਂ ਰਹਿ ਰਹੀ ਸੀ? ਸਾਨੂੰ ਪਤਾ ਹੈ ਨਾ ਕਿ ਭੂਆ ਕਿਉਂ ਰਹਿ ਰਹੀ ਸੀ, ਕਿਉਂਕਿ ਨੌਕਰੀ ਦਾ ਮਸਲਾ ਸੀ। ਇੱਕ ਤੇ ਉਹ ਵਿਆਹੀ ਗਈ, ਇੱਕ ਤੇ ਇਹ ਕਾਰਨ ਸੀ। ਦੂਸਰਾ ਕਾਰਨ ਇਹ ਸੀ ਕਿ ਵਿਆਹੇ ਜਾਣ ਤੋਂ ਬਾਅਦ ਉਹਨਾਂ ਦੀ ਨੌਕਰੀ ਦੇ ਕਾਰਨ, ਜਿਹੜੇ ਫੁੱਫੜ ਜੀ ਸੀ ਦੀਪੂ ਦੇ, ਉਹ ਨੌਕਰੀ ਦੇ ਕਾਰਨ ਜਿਹੜਾ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਰਹਿਣਾ ਪੈਣਾ ਸੀ। ਦੂਸਰਾ ਵਿਆਹ ਕਰਕੇ ਵੀ ਰਹਿਣਾ ਪੈਣਾ ਸੀ। ਉੱਤਰ ਕਿਸ ਤਰ੍ਹਾਂ ਲਿਖਾਂਗੇ? ਭੂਆ ਜੀ ਸਾਂਝੇ ਪਰਿਵਾਰ ਤੋਂ ਇਸ ਲਈ ਅਲੱਗ ਰਹਿ ਰਹੇ ਸਨ ਕਿਉਂਕਿ, ਸੋ ਆਪਾਂ ਕਿਸ ਤਰ੍ਹਾਂ ਲਿਖਾਂਗੇ ਕਿ ਭੂਆ ਜੀ ਫੁੱਫੜ ਜੀ ਦੀ ਨੌਕਰੀ ਕਾਰਨ ਆਪਣੇ ਸਾਂਝੇ ਪਰਿਵਾਰ ਤੋਂ ਅਲੱਗ ਰਹਿ ਰਹੇ ਸਨ। ਠੀਕ ਹੈ। ਸੋ ਬੱਚਿਓ, ਇਹ ਸੀ ਤੁਹਾਡਾ ਪਾਠ। ਚੰਗੀ ਤਰ੍ਹਾਂ ਆਪਾਂ ਪੜ੍ਹਿਆ। ਤੁਸੀਂ ਵੀ ਪੜ੍ਹਨਾ, ਦੁਬਾਰਾ 2-3 ਵਾਰੀ ਪੜ੍ਹਨਾ। ਜਿੰਨੀ ਅਭਿਆਸ ਮੈਂ ਕਰਾਈ ਹੈ ਕਾਪੀਆਂ 'ਤੇ ਚੈੱਕ ਕਰ ਲਓ ਤੁਸੀਂ ਕੀਤੀ ਹੋਈ ਹੈ। ਅਗਰ ਕੋਈ ਛੁੱਟ ਗਿਆ ਹੈ ਤਾਂ ਇਸ ਦੁਹਰਾਈ ਦੇ ਦੌਰਾਨ ਤੁਸੀਂ ਉਸ ਨੂੰ ਠੀਕ ਕਰ ਸਕਦੇ ਜੇ। ਠੀਕ ਕਰਨ ਤੋਂ ਬਾਅਦ ਕਾਪੀਆਂ ਦੀ ਤੁਸੀਂ ਸਨੈਪ ਖਿੱਚ ਕੇ ਮੈਨੂੰ ਭੇਜਣੀ ਹੈ, ਮੈਂ ਚੈੱਕ ਕਰਾਂਗਾ ਉਹਨੂੰ। ਠੀਕ ਹੈ, ਫਿਰ ਦੁਬਾਰਾ ਤੁਹਾਨੂੰ ਭੇਜਾਂਗਾ। ਇਸ ਤੋਂ ਬਾਅਦ ਜਿਹੜਾ ਹੈ ਤੁਸੀਂ ਜਿਹੜਾ ਸਾਰੇ ਦਾ ਸਾਰਾ ਪਾਠ ਜਿਹੜਾ ਹੈ ਪੜ੍ਹਨਾ ਤਾਂ ਹੈ ਹੀ। ਕਾਪੀਆਂ ਜਿਹੜੀਆਂ ਪੱਕੀਆਂ ਲਗਾਈਆਂ ਹੋਈਆਂ ਤੁਸੀਂ ਵਾਤਾਵਰਨ ਸਿੱਖਿਆ ਦੀਆਂ, ਉਹਦੇ ਉੱਪਰ ਕੁਐਸਚਨ ਅਤੇ ਖਾਲੀ ਥਾਵਾਂ ਲਿਖਣੀਆਂ ਜ਼ਰੂਰ। ਠੀਕ ਹੈ। ਅਤੇ ਹੁਣ ਆਪਾਂ ਜਿਹੜਾ ਹੈ ਨੈਕਸਟ ਵੀਡੀਓ ਦੀ ਗੱਲ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਜਿਹੜਾ ਆਪਾਂ ਨੈਕਸਟ ਕਲਾਸ ਆਪਾਂ ਲਗਾਵਾਂਗੇ, ਉਹਦੇ ਵਾਸਤੇ ਤਿਆਰੀ ਰੱਖਣੀ ਹੈ। ਕੱਲ੍ਹ ਵਾਸਤੇ ਠੀਕ ਟਾਈਮ ਦੇ ਉੱਤੇ ਆਪਾਂ ਠੀਕ 9:40 'ਤੇ ਆਪਾਂ ਕਲਾਸ ਸ਼ੁਰੂ ਕਰਨੀ ਹੈ। ਠੀਕ ਹੈ, ਤੁਸੀਂ ਸਾਰਿਆਂ ਨੇ ਇਹ ਵੀਡੀਓ ਮੈਂ ਤੁਹਾਨੂੰ ਭੇਜ ਦੇਣੀ ਹੈ। ਤੁਸੀਂ 9:40 'ਤੇ ਤੁਹਾਨੂੰ ਵੀਡੀਓ ਪਹੁੰਚ ਜਾਣੀ ਹੈ। ਠੀਕ ਹੈ, ਅਤੇ ਤੁਸੀਂ ਇਸ ਵੀਡੀਓ ਨੂੰ ਵੇਖਣਾ ਦੁਬਾਰਾ। ਜਿਹੜੀ ਨਵੀਂ ਵੀਡੀਓ ਆਏਗੀ ਉਹਨੂੰ ਵੀ ਦੇਖਣਾ 9:40 'ਤੇ ਰੋਜ਼। ਠੀਕ ਹੈ, ਔਰ ਆਪਣਾ ਕੰਮ ਜਿਹੜਾ ਨਾਲ ਕਰਨਾ ਹੈ। ਸੋ ਮੈਂ ਹੁਣ ਤੁਹਾਡੇ ਤੋਂ ਵਿਦਾ ਲੈ ਰਿਹਾ, ਵੀਡੀਓ ਬੰਦ ਕਰ ਰਿਹਾ। ਸੁਰੱਖਿਅਤ ਰਹੋ ਆਪਣੀ ਜਗ੍ਹਾ 'ਤੇ, ਚੰਗੀ ਤਰ੍ਹਾਂ ਖਾਣਾ ਖਾਵੋ, ਅੱਛਾ ਅਤੇ ਸਵੱਛ ਪਾਣੀ ਪੀਓ, ਮਾਸਕ ਪਹਿਨੋ, ਲੋਕਾਂ ਤੋਂ ਦੂਰੀ ਬਣਾ ਕੇ ਰੱਖੋ, ਕਿਸੇ ਦੇ ਨਾਲੇ ਨਾ ਢੁੱਕ ਕੇ ਬੈਠੋ। ਠੀਕ ਹੈ, ਸੋ ਆਪਣਾ ਖਿਆਲ ਰੱਖੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।